ਕਰ ਦਿਓ, ਪੀਪੀ ਸ਼ੋ ਕਰ ਦਿਓ। शुरुआत करते अज के बुलेटिन की। मानसा जिले में नशा मुक्त करने लई सेहत विभाग वालों पिंड ख्याला कलां विच जिला पद्धरी नशा छुड़ाऊ केंद्र स्थापित किया गया, पर हुण इस उत्ते ताला लग गया है क्योंकि इस केंद्र विच तैनात स्टाफ की ड्यूटी कोविड-19 विच लग गई है और स्टाफ ना होने कारण केंद्र नूं बंद करना पिया। नशा छुड़ाऊ केंद्र विच इलाज करवा रहे मरीजों ने कहा कि यह दवाई महंगी है और मानसा जाके प्राइवेट डॉक्टर तो खरीदनी पैंदी है। उन्होंने कहा कि सारे पिंड का नशा छुड़ाऊ केंद्र मुड़ तो चलाया जाए तां जो लोगों को इत्थे ही दवाई मिल सके। उधर सेहत विभाग के इस नशा छुड़ाऊ केंद्र ने कहा कि इसनूं जल्द खोलिया जाएगा। तो सेहत विभाग के सिविल सर्जन सुखविंदर सिंह ने कहा कि कोरोना की दूजी लहर कारण सरकारी हस्पताल में स्टाफ की घाट पै गई सी, इस करके उन्होंने हस्पताल में भर्ती मरीजों को नशा छुड़ाउण लई 1 जुलाई तो केंद्र नूं दोबारा खोलिया जाएगा। ख्याला कलां नशा छुड़ाऊ केंद्र खुलिया सी, कोरोना तो बाद बंद हो गया। तो हुण इत्थे साडे जांदे ने पिंड दे लोक दवाई लैणी ने, कदे तां कहणगे उत्थे मार रोड च वग जाओ, कदे किसी पासे लोक दिक्कत आउंदी है। नशा छुड़ाऊ केंद्र साडे पिंड दा चलाया जावे, दुबारे लोकां नूं दवाई मिले। पिंडिਆਂ ਨੂੰ ਇੱਥੇ ਮਿਲ ਤੰਗ ਬਹੁਤ ਨੇ ਲੋਕ। ਇੱਥੇ ਦਿੰਦੇ ਇੱਕ ਦਿਨ ਦੀ ਗੋਲੀ ਦੇ ਦਿੰਦੇ, ਤੜਕੇ ਫਿਰ ਸੱਦ ਲੈਂਦੇ ਨੇਗੇ ਕਿ ਤੜਕੇ ਆ ਜਾਓ। ਉਹ ਅਗਲਾ ਅੱਧੀ ਦਿਹਾੜੀ ਫੁੱਟ ਜਾਂਦੀ ਹੈ ਗੋਲੀ ਲੈਣ ਗਏ ਦੀ, ਤੇ ਦੂਜੇ ਦਿਨ ਫਿਰ ਸੱਦ ਲੈਂਦੇ ਨੇ ਤੜਕੇ ਆ ਜਾਓ। ਉੱਥੇ 2 ਗੋਲੀਆਂ ਦੇ ਨਾਲ ਅਗਲਾ ਮੁੜਿਆ ਹੁੰਦਾ। ਜਿਸ ਵੇਲੇ ਕੋਵਿਡ ਦੀ ਦੂਜੀ ਲਹਿਰ ਦਾ ਇੱਕ ਪਹਾੜ ਟੁੱਟ ਕੇ ਸਾਡੇ ਤੇ ਆ ਗਿਆ, ਉਸ ਵੇਲੇ ਸਾਡਾ ਜਿਹੜਾ ਸਿਵਲ ਹਸਪੀਟਲ ਦਾ ਸਟਾਫ ਸੀ ਸਾਡੇ ਕੋਲ ਘੱਟ ਪੈ ਗਿਆ। ਅਸੀਂ ਸਾਰੇ ਖਿਆਲੇ ਬਲਾਕ ਦਾ ਸਟਾਫ, ਬੁਢਲਾਡੇ ਤੋਂ, ਸਰਦੂਲਗੜ੍ਹ ਤੋਂ ਫੀਡ ਦਾ ਸਟਾਫ, ਔਰ ਅਸੀਂ ਨਾਲ ਹੀ ਨਸ਼ਾ ਛੁਡਾਊ ਕੇਂਦਰ ਦਾ ਜਿਹੜਾ ਸਟਾਫ ਆ ਉਹ ਲੈਵਲ 2 ਲਈ ਕੋਵਿਡ-19 ਦੇ ਜੋ ਪੇਸ਼ੈਂਟ ਸੀਗੇ ਉਹਨਾਂ ਵਾਸਤੇ ਲਗਾਇਆ ਸੀਗਾ। ਹੁਣ ਜਿਹੜੇ ਸਾਡੇ ਇਨਡੋਰ ਪੇਸ਼ੈਂਟਸ ਆ ਉਹ ਤਕਰੀਬਨ ਬਹੁਤ ਘੱਟ ਗਏ ਆ, ਔਰ ਅਸੀਂ ਇਹ ਫੈਸਲਾ ਕਰ ਲਿਆ ਵੀ ਅਸੀਂ ਇਹ ਜਿਹੜਾ ਨਸ਼ਾ ਛੁਡਾਊ ਕੇਂਦਰ ਦਾ ਸਟਾਫ ਹੈ ਇਹ ਅਸੀਂ ਵਾਪਸ ਭੇਜ ਦੇਣਾ। ਤੇ ਉਮੀਦ ਹੈ ਵੀ ਨਸ਼ਾ ਛੁਡਾਊ ਕੇਂਦਰ ਜਿਹੜਾ ਸਾਡਾ 1 ਜੁਲਾਈ ਤੋਂ ਚੱਲ ਪਿਆ। ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਪਿੰਡ ਬੂਸੋਵਾਲ 'ਚ ਬਹੁਜਨ ਸਮਾਜ ਪਾਰਟੀ ਦੇ ਨੇਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਬਹੁਜਨ ਸਮਾਜ ਪਾਰਟੀ 'ਚ ਕਾਂਗਰਸ ਪਾਰਟੀ ਦੇ ਲਗਭਗ 25 ਪਰਿਵਾਰਾਂ ਨੂੰ ਸ਼ਾਮਲ ਕੀਤਾ ਸੀ, ਪਰ ਇਸ ਦਾਅਵੇ ਦੀ ਸੱਚਾਈ ਉਸ ਵੇਲੇ ਸਾਹਮਣੇ ਆਈ ਜਦੋਂ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਨੂੰ ਤਰਸੇਮ ਸਿੰਘ ਨੇ ਭਗਵਾਨ ਵਾਲਮੀਕ ਨੌਜਵਾਨ ਸਭਾ ਦੀ ਕਮੇਟੀ ਬਣਾਉਣ ਦੀ ਗੱਲ ਕਹੀ ਸੀ, ਪਰ ਇਸ ਕਰਕੇ ਉਹ ਇਕੱਠੇ ਹੋਏ ਸਨ। ਪਰ ਅਗਲੇ ਦਿਨ ਅਖਬਾਰ ਦੇ ਵਿੱਚ 25 ਪਰਿਵਾਰਾਂ ਦੇ ਕਾਂਗਰਸ ਛੱਡ ਕੇ ਬਸਪਾ ਵਿੱਚ ਸ਼ਾਮਲ ਹੋਣ ਦੀ ਖਬਰ ਆਈ, ਜੋ ਕਿ ਕੋਰਾ ਝੂਠ ਹੈ ਤੇ ਇਹ ਖਬਰਾਂ ਵਿੱਚ ਕੁਝ ਵੀ ਸੱਚਾਈ ਨਹੀਂ ਹੈ। ਉਹਨੇ ਸਾਨੂੰ ਵਾਲਮੀਕ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਵੀ ਤੁਹਾਨੂੰ ਗਾਂ ਕਿਸੇ ਚੀਜ਼ ਦੀ ਵੀ ਜ਼ਰੂਰਤ ਪਈ ਤਾਂ ਤੁਹਾਨੂੰ ਮਿਲੂਗੀ। ਤੇ ਫਿਰ ਉਸ ਤੋਂ ਬਾਅਦ ਉਹਨੇ ਸਾਨੂੰ ਕੋਈ ਵਾਅਦਾ ਕੀਤਾ ਤੇ ਨਾਲ ਦੀ ਨਾਲ ਫਿਰ ਸਾਨੂੰ 5-7 ਮੁੰਡਿਆਂ ਨੂੰ 8 ਜਣਿਆਂ ਨੂੰ ਚੁਣਿਆ। ਉਹਦੇ ਵਿੱਚੋਂ 2-4 ਜਣੇ ਪ੍ਰਧਾਨ ਬਣਾ ਦਿੱਤੇ ਗਏ, ਕੁਛ ਕੈਸ਼ੀਅਰ ਤੇ ਕੁਛ ਨਾਲ ਜੋ ਵੀ ਤੇ ਹਾਂਜੀ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਫੋਟੋਆਂ ਸਾਡੀਆਂ ਖਿੱਚੀਆਂ ਤੇ ਇਹਨਾਂ ਨੇ ਫੇਸਬੁੱਕ ਉੱਤੇ ਅਪਲੋਡ ਕਰ ਦਿੱਤੀਆਂ, ਕੁਛ ਵੀ ਲਿਖ ਕੇ ਵੀ 25 ਘਰ ਕਾਂਗਰਸ ਦੇ ਸਾਡੀ ਪਾਰਟੀ ਨਾਲ ਜੁੜ ਗਏ ਆ। ਇਹ ਝੂਠਾ ਵਾ ਭਾਜੀ। ਇਹੋ ਗੱਲ ਹੋਈ ਕਿ ਜਾਣੀ ਕਿ ਵਾਲਮੀਕ ਨੌਜਵਾਨ ਸਭਾ ਦੇ ਮੰਦਿਰ ਵਾਸਤੇ ਜਾਣੀ ਕਿ ਕਮੇਟੀ ਬਣਾਉਣ ਵਾਸਤੇ ਜਾਣੀ ਕਿ ਭਾਜੀ ਗੱਲਬਾਤ ਭਾਜੀ ਧੋਖੇ ਧੜੀ ਦੇ ਨਾਲ ਜਾਣੀ ਕਿ ਭਾਜੀ ਸਾਡੇ ਕੋਲ ਇਹ ਕੰਮ ਕਰਾ ਰਿਹਾ। ਠੀਕ ਆ ਜੀ, ਅਸੀਂ ਇਹ ਜਿਹੜੀ ਖਬਰ ਲੱਗੀ ਆ ਜੀ ਇਹਦੇ ਵਿੱਚ ਸਾਡਾ ਕੋਈ ਵੀ ਲਿੰਕ ਨਹੀਂ ਗਾ ਉਸ ਬੰਦੇ ਨਾਲ, ਕੋਈ ਲੈਣਾ ਦੇਣਾ ਨਹੀਂ ਭਾਜੀ। ਅਸੀਂ ਜਾਣੀ ਕਿ ਜੱਦੀ ਕੁਸ਼ਤੀ ਜਾਣੀ ਕਿ ਕਾਂਗਰਸੀ ਆ, ਜਾਣੀ ਕਾਂਗਰਸੀ ਰਹਾਂਗੇ। ਕਾਰਵਾਈ ਭਾਜੀ ਜਾਣੀ ਕਿ ਹੋਣੀ ਚਾਹੀਦੀ ਹੈ ਜੀ ਇਸ ਬਾਰੇ। ਜਾਣੀ ਕਿ ਇੱਦਾਂ ਭਾਜੀ ਹਵਾ ਥੋੜਾ ਡਾਈ ਜਾਂਦੀ ਹੈ ਜੀ, ਜੇ ਆਪਾਂ ਕਿਸੇ ਦੇ ਨਾਲ ਤੁਰਦੇ ਹਾਂ ਤਾਂ ਭਾਜੀ ਇੱਦਾਂ ਥੋੜਾ ਉਹਦਾ ਗਲਤ ਇਸਤੇਮਾਲ ਥੋੜਾ ਕਰਾਈ ਸੀਗੀ, ਜਿਹਦੇ ਵਿੱਚ ਇਹ ਸੀਗਾ ਕਿ ਵਾਲਮੀਕ ਨੌਜਵਾਨ ਸਭਾ ਦੀ ਕਮੇਟੀ ਇੱਕ ਮਤਲਬ ਇਕੱਠ ਕਰਨਾ ਆ, ਨਾ ਕਿ ਇਹ ਕਿਹਾ ਗਿਆ ਕਿ ਤੁਸੀਂ ਮਤਲਬ ਕਾਂਗਰਸ ਨੂੰ ਛੱਡ ਕੇ ਜਾਂ ਸਾਡੇ ਨਾਲ ਸ਼ਾਮਿਲ ਹੋਣਾ ਜਾਂ ਬਹੁਜਨ ਸਮਾਜ ਪਾਰਟੀ ਜੁਆਇਨ ਕਰਨੀ ਆ। ਇਦਾਂ ਦੀ ਨਾ ਕੋਈ ਗੱਲ ਹੋਈ ਸੀ ਤੇ ਨਾ ਸਾਨੂੰ ਮਤਲਬ ਬਿਨਾਂ ਪੁੱਛੇ ਦੱਸੇ ਫੋਟੋ ਜ਼ਰੂਰ ਖਿੱਚੀ ਉਹਨਾਂ ਨੇ ਕਿ ਮਤਲਬ ਤੁਹਾਡੀ ਨੌਜਵਾਨ ਸਭਾ ਦੀ ਕਮੇਟੀ ਬਣਾਈ ਆ। ਫੋਟੋ ਖਿੱਚੀ ਤੇ ਬਾਅਦ ਵਿੱਚ ਮਤਲਬ ਮਿਸਯੂਜ਼ ਕਰਿਆ ਗਿਆ ਤੇ ਅਸੀਂ ਜਦੋਂ ਮਤਲਬ ਦੇਖੀ ਉਹ ਤਾਂ ਫਿਰ ਮਤਲਬ ਅਸੀਂ ਉਸ ਦੇ ਵਿਰੁੱਧ ਵਾਂ। ਉਹ ਚੀਜ਼ ਰੱਬ ਦੀ ਰਜ਼ਾ ਵਿੱਚ ਕਈ ਲੋਕ ਤਾਂ ਵੱਡੇ ਵੱਡੇ ਦਾਨ ਪੁੰਨ ਕਰਕੇ ਲੰਗਰ ਲਾਉਂਦੇ ਹਨ ਤੇ ਕਈ ਐਸੇ ਵੀ ਪਰਿਵਾਰ ਹਨ ਜਿਨ੍ਹਾਂ ਲਈ 2 ਵਕਤ ਦੀ ਰੋਟੀ ਤੋਂ ਵੀ ਵਾਂਝੇ ਬੈਠੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਅਕਬਰਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਪਤੀ ਪਤਨੀ ਪੈਰਾਂ ਤੋਂ ਅਪਾਹਿਜ ਹਨ, ਜਿਨ੍ਹਾਂ ਕੋਲ ਅਜੇ ਤੱਕ ਟਰਾਈਸਾਈਕਲ ਤੱਕ ਨਹੀਂ ਹੈ। ਉਹਨਾਂ ਦੇ 2 ਛੋਟੇ ਬੱਚੇ ਹਨ ਤੇ ਇਹ ਦੋਵੇਂ ਜਾਣੇ ਮਾੜਾ ਮੋਟਾ ਕੰਮਕਾਜ ਕਰਕੇ ਆਪਣੇ
ਬੱਚਿਆਂ ਦਾ ਢਿੱਡ ਭਰਨ ਲਈ ਕਿਤੇ ਰੋਟੀ ਦਾ ਇੰਤਜ਼ਾਮ ਕਰਕੇ ਲੈ ਕੇ ਆਉਂਦੇ ਹਨ, ਪਰ ਹੁਣ ਜ਼ਿਆਦਾ ਗਰਮੀ ਹੋਣ ਕਾਰਨ ਘਰੋਂ ਬਾਹਰ ਜਾਣ ਤੋਂ ਅਸਮਰਥ ਹਨ। ਇਸ ਕਰਕੇ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਿਵਾਰ ਦੀ ਹਾਲਤ ਇਸ ਵਕਤ ਐਸੀ ਹੋ ਚੁੱਕੀ ਹੈ ਕਿ ਉਹ 2 ਵਕਤ ਦੀ ਰੋਟੀ ਵੀ ਤਿਆਰ ਨਹੀਂ ਕਰ ਸਕਦੇ। ਇਸ ਕਰਕੇ ਉਹਨਾਂ ਨੇ ਸਮਾਜ ਸੇਵੀ ਅਤੇ ਸਰਕਾਰਾਂ ਤੋਂ ਮਦਦ ਕੀਤੀ ਹੈ ਕਿ ਜੋ ਉਹ ਉਹਨਾਂ ਲਈ ਕੋਈ ਮਦਦ ਕਰਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਰੋਟੀ ਕਮਾ ਸਕਣ। ਲੁਧਿਆਣਾ ਪੁਲਿਸ ਨੇ ਲੁਧਿਆਣਾ 'ਚ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਅਤੇ ਆਪਣੇ ਕੰਮ ਨੂੰ ਰਫ਼ਤਾਰ ਦੇਣ ਲਈ ਨਵੀਂ ਸਾਈਬਰ ਕ੍ਰਾਈਮ ਬ੍ਰਾਂਚ ਖੋਲ੍ਹੀ। ਇਸ ਬ੍ਰਾਂਚ ਦਾ ਉਦਘਾਟਨ ਜ਼ਿਲ੍ਹੇ ਦੇ ਐਸਐਸਪੀ ਰਾਕੇਸ਼ ਅਗਰਵਾਲ ਨੇ ਕੀਤਾ। ਇਸ ਮੌਕੇ ਸਾਰੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਮੌਜੂਦ ਸਨ। ਗੁਰਦਾਸਪੁਰ 'ਚ ਪੰਜਾਬ ਪੁਲਿਸ ਅਤੇ BSF ਦੁਆਰਾ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਤੇ ਉਹਨਾਂ ਦੇ ਵਿੱਚ ਹੋ ਰਹੇ ਹਮਲਿਆਂ ਨੂੰ ਲੈ ਕੇ ਪਿਛਲੇ ਦਿਨੀ ਜੰਮੂ 'ਚ ਡਰੋਨ ਦੀ ਮਦਦ ਨਾਲ ਹੋਏ ਧਮਾਕਿਆਂ ਨਾਲ ਪਿਛਲੇ ਦਿਨੀ ਕੁਝ ਮਹੀਨਿਆਂ ਤੋਂ ਪੰਜਾਬ ਦੀਆਂ ਸਰਹੱਦਾਂ ਤੇ ਡਰੋਨਾਂ ਦੀ ਗਤੀਵਿਧੀਆਂ ਜੋ ਕਿ ਕੌਮੀ ਸੁਰੱਖਿਆ ਤੇ ਨਵੇਂ ਖਤਰੇ ਵਜੋਂ ਸਾਹਮਣੇ ਆ ਰਹੀਆਂ ਹਨ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਹੋਈ। ਇਹ ਮੀਟਿੰਗ DGP ਪੰਜਾਬ ਦਿਨਕਰ ਗੁਪਤਾ ਤੇ ਪੰਜਾਬ ਦੇ ਹੋਰ ਪੁਲਿਸ ਅਧਿਕਾਰੀਆਂ ਸਮੇਤ BSF ਦੇ ਅਧਿਕਾਰੀਆਂ ਵਿਚਕਾਰ ਹੋਈ। ਇਸ ਮਾਮਲੇ ਵਿੱਚ ਦੋਨਾਂ ਨੇ ਆਪਸ ਵਿੱਚ ਤਾਲਮੇਲ ਬਣਾ ਕੇ ਸੱਕੀ ਗਤੀਵਿਧੀਆਂ ਤੇ ਸਖਤ ਨਜ਼ਰ ਰੱਖਣ ਦੀ ਗੱਲ ਕੀਤੀ। ਅੱਜ DGP ਪੰਜਾਬ ਆਏ ਸੀ ਇੱਥੇ, ਉਹਨਾਂ ਨੇ ਮੀਟਿੰਗ ਕੀਤੀ SSP ਬਟਾਲਾ, SSP ਗੁਰਦਾਸਪੁਰ, SSP ਪਠਾਨਕੋਟ ਤੇ ਨਾਲ IG ਬਾਰਡਰ ਰੇਂਜ ਤੇ BSF ਦੇ ਅਧਿਕਾਰੀ ਸੀ। ਸੋ ਵਾਈਡ ਰੇਂਜਿੰਗ ਮੀਟਿੰਗ ਸੀ, ਉਹਨਾਂ ਨੇ ਕਾਫੀ ਇਸ਼ੂਜ਼ ਉਹਦੇ 'ਚ ਡਿਸਕਸ ਕੀਤੇ। ਕਾਫੀ ਇਸ਼ੂਜ਼ ਡਿਸਕਸ ਹੋਏ ਨੇ ਜਿਹਦੇ 'ਚ ਇੰਟਰਨੈਸ਼ਨਲ ਬਾਰਡਰ ਵੀ ਹੈ, ਡਰੋਨ ਵੀ ਹੈ ਤੇ NDPS ਦੇ ਵੀ ਜਿਹੜੇ ਮੁਕੱਦਮੇ ਨੇ ਸਾਡੇ ਰਿਕਵਰੀਜ਼ ਨੇ ਜਾਂ ਅੰਡਰ ਰਜਿਸਟ੍ਰੇਸ਼ਨ ਜਾਂ ਅੰਡਰ ਇਨਵੈਸਟੀਗੇਸ਼ਨ ਕੇਸਿਸ ਨੇ, ਉਹਨਾਂ ਬਾਰੇ ਸਾਰਿਆਂ ਬਾਰੇ ਡਿਸਕਸ ਕੀਤਾ। ਦੇਸ਼ 'ਚ ਕਰੋਨਾ ਦੇ ਘਟ ਰਹੇ ਪ੍ਰਭਾਵ ਕਾਰਨ ਪ੍ਰਸ਼ਾਸਨ ਦੁਆਰਾ ਹੌਲੀ-ਹੌਲੀ ਕਰਕੇ ਲੋਕਡਾਊਨ ਤੋਂ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾ ਰਹੀ ਹੈ ਅਤੇ ਹੌਲੀ-ਹੌਲੀ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਚੰਡੀਗੜ੍ਹ ਵਿੱਚ ਬਹੁਤ ਸਾਰੀ ਢਿੱਲ ਦਿੱਤੀ ਹੈ। ਅਜਿਹੇ 'ਚ ਪ੍ਰਸ਼ਾਸਨ ਦੇ ਹਾਲਾਤ ਅਤੇ ਤੀਸਰੀ ਵੇਵ ਦੀ ਤਿਆਰੀ ਬਾਰੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਧਿਕਾਰੀ ਦੇ ਸਲਾਹਕਾਰ ਧਰਮਪਾਲ ਨੇ ਪੂਰੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਕੀ ਕਿਹਾ ਤੁਹਾਨੂੰ ਸੁਣਾਉਣੇ ਆ। पहले तो मैं जैसे पहले बोल ही चुका हूँ ये बात कि कोविड मैनेजमेंट इज द प्रायोरिटी। चाहे कि अभी देखा जाए तो हमारे केसेस पूरे शायद देश में सब कम है, लेकिन इसका मतलब ये नहीं कि कोविड खत्म हो गया है। कोविड अभी भी है, हमें कोविड अप्रोप्रिएट बिहेवियर का पालन करना पड़ेगा और वही मैं सबको एडवाइस कर रहा हूँ। और उसकी जो एनफोर्समेंट एक्टिविटी भी काफ़ी जोर शोर से पुलिस और डिप्टी कमिश्नर के जितने भी स्टाफ है जो इसमें इन्वॉल्व है उसके साथ किया जा रहा है। और दूसरे ट्रैक पे हमारा जो अगर थर्ड वेव आती है जो एक्सपर्ट्स हमें बोलते हैं उसके लिए प्रेपरेशन चल रही है। उसके ऑक्सीजन हमारी अवेलेबिलिटी को पूरा रिव्यू कर रहे हैं कि अगर थर्ड वेव आती है तो उसका कितनी ऑक्सीजन रिक्वायरमेंट होनी चाहिए, उस पर प्रेपरेशन है। और कितने बेड्स हमारे सेकंड वेव के टाइम पे मैक्सिमम गए थे, कम से कम उतने बेड्स की कैपेसिटी यहाँ पे क्रिएट की जाए। और सबसे बड़ी बात है कि हम अवेयरनेस लोगों में क्रिएट करना हमारा एक प्रायोरिटी है ताकि इस वायरस से जितना हो सके हम इससे बच पाए। डेल्टा प्लस वेरिएंट का एक केस कुछ दिन पहले रिपोर्ट हुआ है, वो शायद जून का सैंपल था, तो उसकी ट्रेसिंग वगैरह सारी हम कंप्लीट कर चुके हैं और उसके जितने भी कांटेक्ट ट्रेसिंग हुई है उनको लोकेट कर लिया गया है। तो अभी कोई इससे चिंताजनक कोई बात नजर नहीं आ रही है, तो सारा कंट्रोल में है। बट हम लोग इसको सिचुएशन को काफी अच्छी तरह से वॉच कर रहे हैं। आई थिंक इट्स ए मैनेजमेंट इशू। नंबर 2 आई थिंक अवेयरनेस जो लोगों में है उसका भी एक रिजल्ट है, क्योंकि अगर लोग कोविड अप्रोप्रिएट बिहेवियर का पालन करते हैं तो इसके स्प्रेड करने की रफ्तार जो है, स्पीड है, वो कम हो जाती है। तो ये मिला जुला असर सारी चीज़ों का है जिसकी वजह से हमारे जो केसेस हैं वो अभी कम है और मैं उम्मीद रखता हूँ कि ये कम ही रहेगा। वैक्सीनेशन ड्राइव बहुत प्रायोरिटी है और मैं आपके जरिए से, आपके माध्यम से ये सब लोगों को अपील करना चाहता हूँ कि कोविड का अगर कोई इलाज है अभी इस वक्त तो वो इसका है वैक्सीनेशन। जितना जल्दी हो सके आप वैक्सीनेट करवाएं। हमारे कोई 101 वैक्सीनेशन सेंटर
चंडीगढ़ में चल रहे हैं। हमने इसको वीकेंड्स पे छुट्टी वाले दिन भी खोल दिया है। छुट्टी वाले दिन आप बड़े नंबर में जाएं वहाँ पे और अपना वैक्सीनेशन करवाएं। ये बहुत ही जरूरी है और मैं सबको अपील करता हूँ कि प्लीज जितनी जल्दी हो सके आप अपने आप को वैक्सीनेट करवा लें। अगर आपकी वैक्सीनेशन हो जाएगी तो आप थर्ड वेव से बच जाए। 12+ के लिए अभी गवर्नमेंट ऑफ इंडिया की गाइडलाइन निकली नहीं है, तो जैसे भी इसके ऊपर जो भी फैसले होंगे, गवर्नमेंट ऑफ इंडिया की जो भी गाइडलाइन होगी उसी। ਫਤਿਹਗੜ੍ਹ ਸਾਹਿਬ ਪੁਲਿਸ ਨੇ 2 ਦਿਨ ਪਹਿਲਾਂ ਸਰਹੰਦ ਤੋਂ ਗੁੰਮ ਹੋਏ ਬੱਚੇ ਨੂੰ ਲੱਭ ਕੇ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਦਰਅਸਲ ਐਕਟਿੰਗ ਦਾ ਸ਼ੌਂਕ ਰੱਖਣ ਨੂੰ ਪੂਰਾ ਕਰਨ ਲਈ ਸਰਹੰਦ ਦੀ ਨਵੀਂ ਆਬਾਦੀ ਇਲਾਕੇ ਵਿੱਚ ਰਹਿਣ ਵਾਲਾ 9ਵੀਂ ਜਮਾਤ ਦਾ ਵਿਦਿਆਰਥੀ ਘਰੋਂ ਭੱਜ ਕੇ ਦਿੱਲੀ ਪਹੁੰਚ ਗਿਆ। ਉਸਦੇ ਘਰ ਵਾਲਿਆਂ ਨੇ ਉਸਦੇ ਗੁੰਮ ਹੋਣ ਦੀ ਰਿਪੋਰਟ ਪੁਲਿਸ ਨੂੰ ਲਿਖਵਾਈ। ਪੁਲਿਸ ਨੇ ਕਾਰਵਾਈ ਕਰਦੇ ਹੁੰਦੇ ਉਸ ਨੂੰ ਦਿੱਲੀ ਤੋਂ ਲੱਭ ਕੇ ਘਰਦਿਆਂ ਦੇ ਹਵਾਲੇ ਕਰ ਦਿੱਤਾ। ਸਾਡੇ ਇੱਥੇ ਸਰਹੰਦ ਮੰਡੀ ਦਾ ਬੱਚਾ ਸੀਗਾ, ਗੁੰਮ ਹੋ ਗਿਆ ਸੀਗਾ ਤੇ ਜਿਹੜਾ ਕਿ ਅਸੀਂ ਲੱਭ ਕੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਸੀਗਾ। ਕਿੰਨੇ ਕੁ ਸਾਲ ਦਾ ਬੱਚਾ ਸੀਗਾ? 14 ਸਾਲ ਦਾ ਸੀਗਾ, 9ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀਗਾ। ਤੇ ਕਿੱਥੋਂ ਰਿਕਵਰ ਕੀਤਾ ਇਹਨੂੰ? ਇਹ ਮੈਂ ਐਕਚੁਅਲੀ ਦਿੱਲੀ ਚਲ ਗਿਆ ਸੀਗਾ ਇਹ ਤੇ ਉੱਥੋਂ ਇਹਨੂੰ ਟ੍ਰੇਸ ਕਰਕੇ ਵਾਰਸਾਂ ਦੇ ਹਵਾਲੇ ਕੀਤਾ। ਤੇ ਕਾਰਨ ਪਤਾ ਲੱਗਿਆ ਕੀ ਕਾਰਨ ਕੀ ਸੀਗਾ? ਇਹ ਐਕਚੁਅਲੀ ਐਕਟਿੰਗ ਦਾ ਸ਼ੌਂਕ ਰੱਖਦਾ ਹੈਗਾ, ਐਕਟਿੰਗ ਦੇ ਚੱਕਰ ਦੇ ਵਿੱਚ ਹੀ ਤੇ ਦਿੱਲੀ ਕੋਲ ਐਡੀਸ਼ਨ ਸੀਗਾ ਉਹਦੇ ਕਰਕੇ। ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸੂਬੇ ਵਿੱਚ ਜਿੱਥੇ ਪੁਲਿਸ ਵਿਭਾਗ ਦੁਆਰਾ ਨਵੀਆਂ ਨੌਕਰੀਆਂ ਦੀ ਕੱਢੀਆਂ ਜਾ ਰਹੀਆਂ ਹਨ, ਉੱਥੇ ਹੀ ਪੁਲਿਸ ਵਿਭਾਗ ਨੂੰ ਨਵੇਂ ਉਪਕਰਨ ਅਤੇ ਵਾਹਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਕਪੂਰਥਲਾ 'ਚ PCR ਟੀਮ ਦੇ ਵਿੱਚ ਦਿਨ ਰਾਤ ਚੱਲਣ ਵਾਲੀਆਂ ਬੀਟਾਂ ਦੀ ਗਿਣਤੀ 8 ਤੋਂ ਵਧਾ ਕੇ 12 ਕਰ ਦਿੱਤੀ ਹੈ ਅਤੇ 4 ਬੀਟਾਂ ਟ੍ਰੈਫਿਕ ਪੁਲਿਸ ਨੂੰ ਨਵੀਆਂ ਦਿੱਤੀਆਂ ਗਈਆਂ ਹਨ, ਜਿਸ ਨਾਲ ਕਪੂਰਥਲਾ ਸ਼ਹਿਰ ਵਿੱਚ ਕੁੱਲ 16 ਬੀਟਾਂ ਅਲੱਗ-ਅਲੱਗ ਥਾਵਾਂ ਤੇ ਸੁਰੱਖਿਆ ਤੇ ਨਜ਼ਰ ਰੱਖਣਗੀਆਂ। ਇਹ ਸਪੈਸ਼ਲ ਟੀਮਾਂ ਦੀ ਕਪੂਰਥਲਾ ਦੇ SSP ਰਸਮੀ ਤੌਰ ਤੇ ਸ਼ਹਿਰ ਦੇ ਰਵਾਨਾ ਕੀਤਾ। ਬੇਸਿਕਲੀ ਅੱਜ ਇੱਥੇ ਕਪੂਰਥਲਾ ਸ਼ਹਿਰ ਦੇ ਲਈ ਤੇ ਫਗਵਾੜਾ ਸ਼ਹਿਰ ਦੇ ਲਈ, ਕਪੂਰਥਲਾ ਜ਼ਿਲ੍ਹੇ ਦੇ ਵਿੱਚ 2 ਹੀ ਵੱਡੇ ਸ਼ਹਿਰ ਨੇ, ਇੱਕ ਕਪੂਰਥਲਾ ਸਿਟੀ ਔਰ ਇੱਕ ਫਗਵਾੜਾ ਸਿਟੀ। ਅਸੀਂ ਅੱਜ ਕਪੂਰਥਲੇ ਲਈ ਫਗਵਾੜੇ ਲਈ ਸੇਫ ਸਿਟੀ ਪ੍ਰੋਜੈਕਟ ਲਾਂਚ ਕੀਤਾ ਹੈ। ਸੇਫ ਸਿਟੀ ਪ੍ਰੋਜੈਕਟ ਮੈਂ ਇਸ ਕਰਕੇ ਕਹਿ ਰਿਹਾ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਸ਼ਹਿਰ ਵਾਸੀ ਹੈਗੇ ਆ ਉਹ ਸੇਫ ਮਹਿਸੂਸ ਕਰਨ। ਇਸ ਲਈ ਅਸੀਂ ਅੱਜ ਇੱਥੇ PCR ਜਿਹੜਾ ਹੈਗਾ ਆ ਉਹ ਰੀਲਾਂਚ ਕੀਤਾ ਦੁਬਾਰਾ ਔਰ ਟ੍ਰੈਫਿਕ ਦੇ ਜਿਹੜਾ ਹੈਗਾ ਆ ਬੀਟ ਸਿਸਟਮ ਨੂੰ ਚਾਲੂ ਕੀਤਾ। ਇਹਦੇ ਵਿੱਚ ਪਹਿਲਾਂ PCR ਦਾ ਜਿਹੜਾ ਏਰੀਆ ਸੀਗਾ ਉਹ ਸ਼ਹਿਰ ਦੇ ਵਿੱਚ ਉਹ ਥੋੜ੍ਹੇ ਮੋਟਰਸਾਈਕਲਾਂ ਦੇ ਵਿੱਚ ਡਿਵਾਈਡ ਕੀਤਾ ਸੀ, ਏਰੀਆ ਵੱਡਾ ਸੀ, ਜਿੱਦਾਂ ਕਾਫੀ ਮਸ਼ਰੂਮਿੰਗ ਹੋ ਗਈ ਹੈ ਸ਼ਹਿਰਾਂ ਦੀ ਤੇ ਸ਼ਹਿਰ ਫੈਲਦੇ ਜਾ ਰਹੇ ਆ। ਉਹਦੇ ਮੁਤਾਬਕ ਹੀ ਅਸੀਂ ਵੀ ਆਪਣਾ PCR ਅੱਜ ਅਸੀਂ ਐਕਸਪੈਂਡ ਕੀਤਾ ਹੈਗਾ। ਹੁਣ ਅਸੀਂ ਤਕਰੀਬਨ 12 ਜਿਹੜੇ ਹੈਗੇ ਆ ਬਾਈਕਸ ਜਿਹੜੇ PCR ਦੇ ਜਿਹੜੇ ਬਿਲਕੁਲ ਨਿਊਲੀ ਰੈਨੋਵੇਟਡ ਨੇ, ਅਸੀਂ ਇਹਨਾਂ ਨੂੰ ਪਿਛਲੇ 3 ਹਫ਼ਤਿਆਂ ਤੋਂ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਸੀ ਇਹਦੀਆਂ ਵਿੱਚ। SP ਹੈੱਡਕੁਆਟਰ ਜਸਬੀਰ ਸਿੰਘ ਔਰ ਇੰਸਪੈਕਟਰ ਮਨਜੀਤ ਸਿੰਘ ਆ ਸਾਡੇ RI, ਜਿਨ੍ਹਾਂ ਨੇ 3 ਹਫ਼ਤੇ MTO ਨੇ ਨਾਲ ਲੱਗ ਕੇ ਇਹਨਾਂ ਨੂੰ ਸਾਰਿਆਂ ਨੂੰ ਬਾਈਕਸ ਨੂੰ ਨਵੇਂ ਸਿਰੇ ਤੋਂ ਤਿਆਰ ਕੀਤਾ। ਇਹਦੇ ਵਿੱਚ ਨਵੀਂ ਟੈਕਨੋਲੋਜੀ ਐਡ ਕੀਤੀ ਹੈ, ਜਿਹੜੀਆਂ ਇਹਦੀਆਂ ਲਾਈਟਸ ਔਰ ਹੂਟਰ ਆ ਉਹ ਸਾਈਮਲਟੇਨੀਅਸਲੀ ਚੱਲਦੇ ਆ ਤੇ ਇਹਦੀ ਵਾਰੰਟੀ ਵੀ ਹੈਗੀ ਆ ਅਸੀਂ ਲਈ ਕੰਪਨੀ ਤੋਂ ਜਿੱਥੋਂ ਅਸੀਂ ਇਹਦਾ ਕੰਮ ਕਰਵਾਇਆ। ਤੇ ਇਹਦੇ ਉੱਪਰ ਵਾਇਰਲੈਸ ਕਮਿਊਨੀਕੇਸ਼ਨ ਜਿਹੜਾ ਹੈਗਾ ਉਹ ਹਰ ਵੇਲੇ ਇਹ ਬੰਦੇ ਕਨੈਕਟਡ ਰਹਿਣਗੇ, ਵਾਇਰਲੈਸ ਤੇ ਵੀ ਔਰ ਮੋਬਾਈਲ ਕਮਿਊਨੀਕੇਸ਼ਨ ਤੇ ਵੀ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਛੇਤੀ ਤੁਹਾਡੇ ਨੰਬਰ ਜਿਹੜੇ ਤੁਹਾਡੇ ਰਾਹੀਂ ਸ਼ਹਿਰ ਵਾਸੀਆਂ ਨੂੰ ਦੇਵਾਂਗੇ, ਜਿਹੜੇ ਨੰਬਰਾਂ ਤੇ ਕਾਲ ਕਰਕੇ ਉਹ ਇਹਨਾਂ ਦੀ PCR ਦੀ ਸੁਵਿਧਾ ਜਿਹੜੀ ਹੈਗੀ ਆ ਇਮੀਡੀਏਟਲੀ ਉੱਥੇ ਉਹਨਾਂ ਨੂੰ ਉਪਲਬਧ। ਤਰਨਤਾਰਨ ਦੇ ਪਿੰਡ ਜੰਡ 'ਚ ਬੀਤੇ ਕੁਝ ਮਹੀਨੇ ਪਹਿਲਾਂ ਸਹੁਰੇ ਪਰਿਵਾਰ 'ਚ ਆਏ ਜਵਾਈ ਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਪਤਨੀ ਅਤੇ ਸਹੁਰੇ ਲੱਖਾ ਸਿੰਘ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਪੀੜਤ ਵਿਅਕਤੀ ਲੱਖਾ ਸਿੰਘ ਨੇ ਦੱਸਿਆ ਕਿ ਕਤਲ ਹੋਣ ਤੋਂ ਬਾਅਦ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪੀੜਤ ਪਰਿਵਾਰ ਨੇ ਧਰਨੇ ਪ੍ਰਦਰਸ਼ਨ ਕਰਕੇ 10 ਵਿਅਕਤੀਆਂ 'ਤੇ ਮਾਮਲਾ ਦਰਜ ਕਰਵਾਇਆ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਆਰੋਪ ਲਗਾਇਆ ਕਿ ਪੁਲਿਸ ਨੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਪਰ ਮੁੱਖ ਦੋਸ਼ੀ ਨੂੰ ਪੁਲਿਸ ਬਚਾ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਪੁਲਿਸ ਮੁਲਾਜ਼ਮ ਦੇ ਬਿਆਨ ਲਿਖਣ ਬਦਲੇ ਰਿਸ਼ਵਤ ਲੈਣ ਦੇ ਵੀ ਆਰੋਪ ਲਗਾਏ। ਇਹ ਜੀ ਸਰ ਸਾਡੇ ਮੁੰਡਾ ਜਵਾਈ ਸਾਹਿਬ ਆਏ ਸੀ ਤੇ ਉਹਨਾਂ ਦਾ ਕਤਲ ਕੀਤਾ ਗਿਆ ਚਮਕੌਰ ਸਿੰਘ ਫੌਜੀ ਨੇ। ਕਿਹੜੇ ਪਿੰਡ ਦਾ? ਜੰਡ ਪਿੰਡ ਦਾ ਸੀ ਜੀ। ਹੁਣ ਕੀ ਮਸਲਾ ਹੈ ਸਰ? ਹੁਣ ਜੀ 7 ਬੰਦੇ ਗ੍ਰਿਫਤਾਰ ਕੀਤੇ ਗਏ ਆ ਤੇ ਜਿਹੜੇ ਮੇਨ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਆਪਣੇ ਸਰਦਾਰ
ਡਿਪਟੀ ਸਾਹਿਬ ਪੱਟੀ ਵਾਲੇ ਉਹਨਾਂ ਨੂੰ ਨਿਰਦੋਸ਼ ਕਰਕੇ ਕੱਢ ਰਹੇ, ਜਦੋਂ ਦੋਸ਼ੀ ਸਾਡੇ ਉਹ ਆ ਮੇਨ। ਅਸੀਂ ਉਹ ਸਾਡਾ ਉਹਨਾਂ ਨੇ ਨੁਕਸਾਨ ਕੀਤਾ, ਅਸੀਂ ਤੇ ਉਹਨਾਂ ਦਾ ਨਾਂ ਲੈਣਾ ਚਾਹੁੰਦੇ, ਉਹੋ ਹੀ ਸਾਡੇ ਦੋਸ਼ੀ ਹੈ। ਇਹ ਤੋਂ ਪਹਿਲਾਂ ਉਹਨਾਂ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਤੋਂ ਪਹਿਲਾਂ ਵੀ ਕੋਈ ਪ੍ਰਦਰਸ਼ਨ ਕੀਤਾ ਸੀ? ਅਸੀਂ ਜੀ ਜਿਹੜੇ 7 ਬੰਦੇ ਪਹਿਲਾਂ ਧਰਨਿਆਂ ਲਾ ਕੇ ਤੇ ਫੇਰ ਪੇਸ਼ ਕਰਵਾਏ ਆ ਜੀ, ਮੁੜ ਕੇ ਕੋਈ ਪੁਲਿਸ ਵਾਲੇ ਨੇ ਫੇਰ ਕਾਰਵਾਈ ਨਹੀਂ ਕੀਤੀ। ਹੁਣ ਕੀ ਮੰਗਿਆ ਤੁਹਾਡੇ? ਮੰਗ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਐਸਐਸਪੀ ਤਰਨਤਾਰਨ ਸਾਹਿਬ ਤੋਂ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲ ਜੇ, ਨਹੀਂ ਤੇ ਅਸੀਂ ਭੁੱਖ ਹੜਤਾਲ ਤੇ ਧਰਨੇ ਦੇ ਆਪਣੇ ਤਰਨਤਾਰਨ ਸਾਹਿਬ ਉਹਨਾਂ ਦੇ ਬੂਹੇ ਗੜੀ ਪਾਵਾਂਗੇ। ਸਾਡੇ ਨਾਲ ਇਦਾਂ ਡੈਡੀ ਨੂੰ ਇਹਨਾਂ ਨੇ ਸੱਟਾਂ ਲਾਈਆਂ ਤੇ ਅਸੀਂ ਪਤਾ ਲੈਣ ਆਏ ਆ ਤੇ ਇਹਨਾਂ ਨੇ ਮੇਰੇ ਘਰ ਵਾਲੇ ਦੀ ਡੈਥ ਕਰਤੀ, ਸੱਟ ਲਾਈ ਆ ਫੌਜੀ ਚਮਕੌਰ ਨੇ, ਤੇ ਉਹਨੇ ਉਹਦੀ ਘਰ ਦੀ ਉਹਦੀ ਮੰਮੀ ਉਹਦਾ ਡੈਡੀ ਸਾਰੇ ਜਾਣੇ ਆ, ਤੇ ਬਾਕੀ ਤੇ 7 ਬੰਦੇ ਇਹਨਾਂ ਦੇ ਫੜੇ ਆ, ਤੇ ਇਹ ਜਿਹੜੇ 4 ਜਾਣੇ ਆ ਇਹਨਾਂ ਨੂੰ ਕਿਉਂ ਨਹੀਂ ਉਹ ਫੜਦੇ? ਮੁੱਖ ਦੋਸ਼ੀ ਹੈ ਇਹ? ਹਾਂਜੀ। ਕਿਹੜਾ ਇਹਨਾਂ ਦੇ ਵਿੱਚ ਜੀ 7 ਬੰਦੇ ਜਿਹੜੇ ਗ੍ਰਿਫਤਾਰ ਹੋ ਚੁੱਕੇ ਆ ਜੀ, ਤੇ ਚਲਾਨ ਇਹਦਾ ਜਿਹੜਾ ਵਾ ਕੋਰਟ ਦੇ ਵਿੱਚ ਦਿੱਤਾ ਗਿਆ ਵਾ ਜੀ, ਤੇ ਬਾਕੀ ਅਗਲੀ ਤਫਤੀਸ਼ ਜਿਹੜੀ ਹੈ ਚੱਲ ਰਹੀ ਹੈ ਜੀ, ਜੋ ਵੀ ਅਗਲੀ ਤਫਤੀਸ਼ ਪਤਾ ਵਿੱਚ ਆਏਗੀ ਉਸ ਤੇ ਕਾਰਵਾਈ ਕੀਤੀ ਜਾਏਗੀ। ਉਹ ਕਹਿੰਦੇ ਕਿ ਸਾਡੇ ਜਿਹੜੇ 3 ਮੁੱਖ ਦੋਸ਼ੀ ਆ ਫੌਜੀ ਆ ਵਿੱਚ, ਉਹਨਾਂ ਨੂੰ ਪੁਲਿਸ ਬਦੋ-ਬਦੀ ਕੱਢ ਰਹੀ ਹੈ। ਨਹੀਂ ਅਜੇ ਕੱਢਿਆ ਨਹੀਂ ਗਾ ਜੀ। ਹਾਂਜੀ ਤਫਤੀਸ਼ ਇਹਦੀ ਚੱਲਣ ਦੀ? ਹਾਂਜੀ ਤਫਤੀਸ਼ ਚੱਲ ਰਹੀ ਹੈ ਜੀ। ਇੱਕ ਜਿਹੜੇ ਪਰਚੇ ਦੇ ਈਓ ਨੇ ਮੁੱਖ ਸੁਖਵਿੰਦਰ ਸਿੰਘ ਜੀ, ਉਹਨਾਂ ਤੇ ਵੀ ਕੁਝ ਉਹਨਾਂ ਦੋਸ਼ ਲਾਏ ਕਿ ਸਾਡੇ ਤੋਂ ਬਿਆਨ ਵੀ ਲੈਣ ਲੱਗਿਆ, ਪੈਸੇ ਲਏ ਨੇ, ਕੋਈ ਐਸਾ ਮਾਮਲਾ ਨਹੀਂ ਸਾਹਮਣੇ? ਇਹ ਜਿਹੜਾ ਮਾਮਲਾ ਜੀ ਮੇਰੇ ਆਉਣ ਤੋਂ, ਮੇਰੀ ਪੋਸਟਿੰਗ ਹੋਣ ਤੋਂ ਪਹਿਲਾਂ ਦਾ ਜੀ, ਇਹ ਜਿਹੜਾ ਮਾਮਲਾ ਮੇਰੇ ਆਉਣ ਤੋਂ ਪਰਚਾ ਵੀ ਜਿਹੜਾ ਪਹਿਲਾਂ ਦਾ ਦਰਜ ਹੈ, ਇਹਦੇ ਵਿੱਚ ਇਸ ਬਾਰੇ ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ 'ਚ ਬੀਤੀ 25 ਜੂਨ ਨੂੰ ਇੱਕ ਡਾਕਟਰ ਦਾ ਕਤਲ ਹੁੰਦਾ ਹੈ, ਜਿਸ ਦੀ ਸੱਚਾਈ ਪੁਲਿਸ ਨੇ ਸਾਹਮਣੇ ਲਿਆਂਦੀ ਅਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਦਰਅਸਲ ਡਾਕਟਰ ਫਾਈਨਾਂਸ ਦਾ ਕੰਮ ਕਰਦਾ ਹੈ ਤੇ ਉਹ ਲੱਕੀ ਨਾਮੀ ਵਿਅਕਤੀ ਦੇ ਘਰ ਬੱਚਾ ਨਾ ਹੋਣ ਕਾਰਨ ਉਸ ਨੂੰ ਮਜ਼ਾਕ ਕਰਦਾ ਸੀ। ਇਸ ਤੋਂ ਗੁੱਸੇ 'ਚ ਆ ਕੇ ਲੱਕੀ ਨੇ ਆਪਣੇ ਸਾਥੀ ਅਮਨ ਨਾਲ ਮਿਲ ਕੇ ਡਾਕਟਰ ਦੇ ਸਿਰ ਤੇ ਲੋਹੇ ਦੀ ਰਾੜ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਬਹਿਰਾਮਪੁਰ ਦਾ ਜੀ ਇੱਕ ਮਰਡਰ ਕੇਸ ਸੀਗਾ 25 ਜੂਨ 2021 ਨੂੰ। ਇੱਕ BAMS ਡਾਕਟਰ ਦਾ ਕਤਲ ਹੋ ਗਿਆ ਸੀ, ਜਿਹਦੇ ਵਿੱਚ 2 ਬੰਦਿਆਂ ਨੂੰ ਅਸੀਂ ਫੜਿਆ। ਇੱਕ ਦਾ ਨਾਮ ਹੈ ਲੱਕੀ ਤੇ ਦੂਜੇ ਦਾ ਨਾਮ ਹੈ ਅਮਨ। ਜਿਹੜਾ ਵਜ੍ਹਾ ਰੰਜਿਸ਼ ਇਹਦੇ ਵਿੱਚ ਆਇਆ, ਉਹਦਾ ਕਾਰਨ ਇਹ ਹੈ ਕਿ ਜਿਹੜੇ ਦੋਵੇਂ ਬੰਦੇ ਸੀਗੇ, ਇਹਨਾਂ ਚੋਂ ਲੱਕੀ ਸੀ ਜਿਹਦੀ ਮੈਰਿਜ ਹੋਈ ਸੀ ਕਾਫੀ ਦੇਰ ਤੋਂ, ਬਟ ਇਹਦਾ ਬੱਚਾ ਨਹੀਂ ਸੀ ਹੁੰਦਾ, ਜਿਹਦੇ ਕਰਕੇ BAMS ਡਾਕਟਰ ਜਿਹੜਾ ਸੀ ਇਹ ਇਹਨਾਂ ਨੂੰ ਟੀਜ਼ ਕਰਦਾ ਸੀ ਕਿ ਕਾਫੀ ਦੇਰ ਤੋਂ ਤੇਰਾ ਬੱਚਾ ਨਹੀਂ ਹੁੰਦਾ, ਕੀ ਪ੍ਰੋਬਲਮ ਹੈ ਕਿ ਤੂੰ ਇੰਨੇ ਪੈਸੇ ਵੀ ਖਰਚਦਾ ਹੈ। ਸੋ ਉਸ ਟੀਜ਼ਿੰਗ ਤੋਂ ਦੁਖੀ ਹੋ ਕੇ ਇਹਨਾਂ ਦੋਵਾਂ ਨੇ ਪਲੈਨਿੰਗ ਕਰਕੇ ਉਹਦਾ ਕਤਲ ਕੀਤਾ। ਐਜ਼ ਅ ਕਨਸਪੀਰੇਸੀ ਦੋਵਾਂ ਨੇ ਮਿਲ ਕੇ ਉਹਦਾ ਕਤਲ ਕੀਤਾ ਸੀ, ਤੇ ਜਿਹੜਾ ਇਹਦੇ ਸੋਨਾ ਵਗੈਰਾ ਪਾਇਆ ਹੋਇਆ ਸੀ ਡਾਕਟਰ ਨੇ, ਉਹ ਸੋਨਾ ਵੀ ਨਾਲ ਉਤਾਰ ਕੇ ਲੈ ਗਏ ਸੀ। ਉਹ ਜਿਹੜੇ ਸੋਨੇ ਦੀਆਂ ਛਾਪਾਂ ਤੇ ਬ੍ਰੇਸਲੇਟ ਹੈ ਉਹ ਸਾਰਾ ਰਿਕਵਰ ਹੋ ਗਿਆ, ਤੇ ਜਿਹੜੇ ਦੋਵੇਂ ਬੰਦੇ ਨੇ ਉਹ ਦੋਨੋਂ ਅਰੈਸਟ ਹੋ ਗਏ ਨੇ। ਦੋਨਾਂ ਦੀ ਕ੍ਰਿਮੀਨਲ ਹਿਸਟਰੀ ਪੁਰਾਣੀ ਕੋਈ ਨਹੀਂ। ਇਹ ਫਾਈਨੈਂਸ ਤੇ ਪੈਸੇ ਦਿੰਦਾ ਸੀ, ਜਿਹੜਾ ਕਿ ਡੇਲੀ ਇਹ 500 ਰੁਪਈਆ ਵਾਪਸ ਉਹਨਾਂ ਕੋਲੋਂ ਲੈਂਦਾ ਸੀ, ਉਹੀ ਲੈਣ ਗਿਆ ਸੀ ਜਿਸ ਵੇਲੇ ਇਹਨਾਂ ਨੇ ਇਹਦਾ ਮਰਡਰ ਕਰਕੇ ਉੱਥੇ ਲਾਸ਼ ਇਹਦੀ ਬੋਰੀ 'ਚ ਬੰਨ੍ਹ ਕੇ ਰੱਖਤੀ ਸੀ। ਹਾਂਜੀ, ਦੋਨੋਂ ਆਰੋਪੀ ਗ੍ਰਿਫਤਾਰ ਕਰ ਲਏ ਗਏ ਨੇ, ਵੈਪਨ ਆਫ ਆਫੈਂਸ ਰਿਕਵਰ ਕਰ